ਸਤਿ ਸ਼੍ਰੀ ਅਕਾਲ ਸਾਰੇ ਵਿਦਿਆਰਥੀਆਂ ਨੂੰ। ਅੱਜ ਦੇ ਲੈਕਚਰ ਦੇ ਵਿੱਚ ਅਸੀਂ ਦਵੰਦਾਤਮਕ ਸਿਧਾਂਤ ਦੀ ਆਲੋਚਨਾ ਦੇ ਬਾਰੇ ਵਿੱਚ ਗੱਲ ਕਰਾਂਗੇ। ਲੈਕਚਰ ਸ਼ੁਰੂ ਕਰਨ ਤੋਂ ਪਹਿਲਾਂ ਰਿਕੁਐਸਟ ਹੈ, ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਲੈਕਚਰ ਆਪਣੀ ਕਲਾਸਮੇਟਸ ਅਤੇ ਫਰੈਂਡਸ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ। ਹਾਂਜੀ, ਲੈਕਚਰ ਸ਼ੁਰੂ ਕਰਦੇ ਹਾਂ। ਦਵੰਦਾਤਮਕ ਸਿਧਾਂਤ ਦੀ ਆਲੋਚਨਾ, ਕ੍ਰਿਟਿਕਸ ਆਫ ਡਾਇਲੈਕਟਿਕਲ ਮਟੀਰੀਅਲਿਜ਼ਮ। ਮਾਰਕਸ ਦੇ ਦਵੰਦਾਤਮਕ ਸਿਧਾਂਤ ਦੀ ਬਹੁਤ ਸਾਰੇ ਆਧਾਰਾਂ 'ਤੇ ਆਲੋਚਨਾ ਕੀਤੀ ਗਈ ਹੈ। ਨੰਬਰ 1, ਮਾਰਕਸ ਦੀ ਸਭ ਤੋਂ ਵੱਡੀ ਕਮਜ਼ੋਰੀ ਇਹ ਹੈ ਕਿ ਉਸਨੇ ਆਪਣੇ ਸਾਰੇ ਸਿਧਾਂਤਾਂ ਦਾ ਆਧਾਰ ਦਵੰਦਾਤਮਕ ਦਾ ਸਿਧਾਂਤ ਮੰਨਿਆ ਹੈ, ਪਰੰਤੂ ਉਸਨੇ ਇਹ ਕਿਤੇ ਵੀ ਇਸ ਦਾ ਸਪਸ਼ਟ ਅਤੇ ਵਿਸਥਾਰਪੂਰਵਕ ਵਰਣਨ ਨਹੀਂ ਕੀਤਾ। ਵੈਬਰ ਦੇ ਅਨੁਸਾਰ ਦਵੰਦਾਤਮਕ ਦੀ ਧਾਰਨਾ ਅਤਿਅਮਤ, ਗੂੜ ਅਤੇ ਅਸਪਸ਼ਟ ਹੈ। ਇਸ ਨੂੰ ਮਾਰਕਸ ਨੇ ਕਿਤੇ ਵੀ ਸਪਸ਼ਟ ਨਹੀਂ ਕੀਤਾ। ਸੈਕਿੰਡ, ਮਾਰਕਸ ਨੇ ਸੰਘਰਸ਼ ਨੂੰ ਸਮਾਜਿਕ ਜੀਵਨ ਦਾ ਮੂਲ ਆਧਾਰ ਮੰਨਿਆ ਹੈ, ਲੇਕਿਨ ਹਰੇਕ ਸਮਾਜਿਕ ਕਿਰਿਆ ਨਾ ਤਾਂ ਸੰਘਰਸ਼ ਦੇ ਕਾਰਨ ਹੈ ਅਤੇ ਨਾ ਹੀ ਸੰਘਰਸ਼ ਦਾ ਸਿੱਟਾ ਹੈ। ਜਿਵੇਂ ਮਾਰਕਸ ਕਣਕ ਦੇ ਦਾਣੇ ਦੇ ਉੱਗਣ ਨੂੰ ਇੱਕ ਅੰਦਰੂਨੀ ਸੰਘਰਸ਼ ਦੀ ਪ੍ਰਕਿਰਿਆ ਰਾਹੀਂ ਸਮਝਾਉਣਾ ਚਾਹੁੰਦਾ ਹੈ, ਪਰੰਤੂ ਸਧਾਰਨ ਵਿਅਕਤੀ ਇਹਨਾਂ ਨੂੰ ਸਿਰਫ ਇੱਕ ਵਿਕਾਸ ਦੀ ਕੁਦਰਤੀ ਪ੍ਰਕਿਰਿਆ ਮੰਨਦੇ ਹਨ। ਮੁੱਖ ਵਿਚਾਰਕਾਂ ਦੇ ਅਨੁਸਾਰ ਸਮਾਜਿਕ ਸੱਚ ਨੂੰ ਸਮਝਣ ਦੇ ਲਈ ਸੰਘਰਸ਼ ਦੀ ਪ੍ਰਕਿਰਿਆ ਰਾਹੀਂ ਹੀ ਇਸ ਦੀ ਵਿਆਖਿਆ ਹੀ ਇੱਕੋ ਇੱਕ ਮਾਧਿਅਮ ਨਹੀਂ ਹੈ। ਨੰਬਰ 3, ਮਾਰਕਸ ਨੇ ਹੀਗਲ ਦੇ ਆਦਰਸ਼ਾਤਮਕ ਦਵੰਦਾਤਮਕ ਸਿਧਾਂਤ ਨੂੰ ਭੌਤਿਕਵਾਦ ਵਿੱਚ ਬਦਲ ਦਿੱਤਾ। ਉਹਨਾਂ ਦੇ ਅਨੁਸਾਰ ਪਦਾਰਥ ਹੀ ਜੀਵਨ ਦੀ ਅਸਲੀਅਤ ਹੈ। ਆਪਣੀਆਂ ਜ਼ਰੂਰਤਾਂ ਦੀ ਪੂਰਤੀ ਦੇ ਲਈ ਮਨੁੱਖ ਵੱਖ-ਵੱਖ ਤਰੀਕਿਆਂ ਨਾਲ ਪਦਾਰਥ ਦੇ ਉਤਪਾਦਨ ਦੇ ਢੰਗ ਅਪਣਾਉਂਦਾ ਰਿਹਾ ਹੈ। ਇਸ ਲਈ ਮਨੁੱਖ ਇਤਿਹਾਸ ਦੀ ਵਿਆਖਿਆ ਭੌਤਿਕ ਆਧਾਰਾਂ 'ਤੇ ਕੀਤੀ ਜਾਣੀ ਚਾਹੀਦੀ ਹੈ। ਇਸ ਤਰ੍ਹਾਂ ਮਾਰਕਸ ਨੇ ਇਹ ਸਪਸ਼ਟ ਕੀਤਾ ਹੈ ਕਿ ਮਨੁੱਖੀ ਲੋੜਾਂ ਦੇ ਬਦਲਣ ਨਾਲ ਅਧਿਆਤਮਿਕਤਾ ਦੀ ਥਾਂ ਭੌਤਿਕਵਾਦਿਤਾ ਲੈ ਰਹੀ ਹੈ, ਲੇਕਿਨ ਮਾਰਕਸ ਇਹ ਸਿੱਧ ਨਹੀਂ ਕਰ ਸਕਦੇ ਕਿ ਭੌਤਿਕਵਾਦਤਾ ਕਿਵੇਂ ਅਧਿਆਤਮਿਕਵਾਦਤਾ ਤੋਂ ਉੱਤਮ ਹੈ। ਨੈਕਸਟ, ਫੋਰਥ, ਮਾਰਕਸ ਦੇ ਸਮਾਜਿਕ ਪਰਿਵਰਤਨ ਦਾ ਕਾਰਨ ਵੱਖ-ਵੱਖ ਵਰਗਾਂ ਵਿੱਚ ਆਪਸੀ ਸੰਘਰਸ਼ ਨੂੰ ਮੰਨਿਆ ਹੈ। ਮਾਰਕਸ ਦਾ ਇਹ ਦਾਅਵਾ ਹੈ ਕਿ ਸਮਾਜਿਕ ਪਰਿਵਰਤਨ ਕ੍ਰਾਂਤੀ ਰਾਹੀਂ ਹੀ ਲਿਆਂਦਾ ਜਾ ਸਕਦਾ ਹੈ। ਪੂਰੀ ਤਰ੍ਹਾਂ ਸੱਚ ਨਹੀਂ ਹੈ। ਸਮਾਜ ਵਿੱਚ ਬਹੁਤ ਸਾਰੇ ਪਰਿਵਰਤਨ ਸ਼ਾਂਤੀਪੂਰਵਕ ਤਰੀਕੇ ਨਾਲ ਵੀ ਹੁੰਦੇ ਹਨ। ਨੈਕਸਟ, ਫਿਫਥ, ਮਾਰਕਸ ਦੇ ਅਨੁਸਾਰ ਸਮਾਜ ਵਿੱਚ ਪਰਿਵਰਤਨ ਇੱਕ ਰੇਖਾ ਦੀ ਦਿਸ਼ਾ ਵਿੱਚ ਹੁੰਦਾ ਹੈ। ਹਰੇਕ ਸਮਾਜ ਵਿਕਾਸ ਦੀ ਪ੍ਰਕਿਰਿਆ ਵਿੱਚ ਅੱਗੇ ਵਧਦਾ ਜਾਂਦਾ ਹੈ, ਪਰੰਤੂ ਕਈ ਵਿਚਾਰਕਾਂ ਦੇ ਅਨੁਸਾਰ, ਜਿਨ੍ਹਾਂ ਵਿੱਚ ਟੋਨੇਵੀ, ਸਪੈਕਲਰ, ਸੋਕਿਨ ਆਦਿ ਮੁੱਖ ਹਨ, ਸਮਾਜ ਵਿੱਚ ਪਰਿਵਰਤਨ ਚੱਕਰ ਵਾਲੀ ਦਿਸ਼ਾ ਵਿੱਚ ਹੁੰਦਾ ਹੈ। ਇਹਨਾਂ ਦੇ ਅਨੁਸਾਰ ਪਰਿਵਰਤਨ ਇੱਕ ਘੁੰਮਣ ਵਾਲੀ ਦਿਸ਼ਾ ਦੇ ਵਿੱਚ, ਇੱਕ ਚੱਕਰ ਵਾਲੀ ਦਿਸ਼ਾ ਦੇ ਵਿੱਚ ਹੁੰਦਾ ਹੈ, ਭਾਵ ਇੱਕ ਪੁਆਇੰਟ ਤੋਂ ਸ਼ੁਰੂ ਹੁੰਦਾ ਹੈ, ਘੁੰਮਦਾ ਘੁੰਮਦਾ ਵਾਪਸ ਉਸੇ ਪੁਆਇੰਟ 'ਤੇ ਪਹੁੰਚ ਜਾਂਦਾ ਹੈ। ਸੋਕਿਨ ਦੇ ਅਨੁਸਾਰ ਪਰਿਵਰਤਨ ਦੀ ਹਾਲਤ ਵਿੱਚ ਸਮਾਜ 3 ਅਵਸਥਾਵਾਂ ਵਿੱਚੋਂ ਲੰਘਦਾ ਹੈ। ਪਹਿਲਾ ਵਿਚਾਰਵਾਦ, ਦੂਜਾ ਆਦਰਸ਼ਵਾਦ, ਤੀਜਾ ਵਿਲਾਸਵਾਦ। ਹਰੇਕ ਅਵਸਥਾ ਵਿੱਚ ਜੇਕਰ ਇੱਕ ਤੱਤ ਮੁੱਖ ਹੁੰਦਾ ਹੈ ਤਾਂ ਦੂਸਰੇ 2 ਗੌਣ ਹੁੰਦੇ ਹਨ, ਭਾਵ ਛੋਟੇ ਹੁੰਦੇ ਹਨ। ਵਾਰੀ-ਵਾਰੀ ਨਾਲ ਤਿੰਨਾਂ ਦੀ ਪ੍ਰਧਾਨਤਾ ਹੁੰਦੀ ਹੈ ਅਤੇ ਪਰਿਵਰਤਨ ਇਹਨਾਂ ਦੇ ਤਿੰਨਾਂ ਦੇ ਸੁਮੇਲ ਦਾ ਨਤੀਜਾ ਹੈ। ਭਾਰਤੀ ਵਿਚਾਰਕ ਸ਼੍ਰੀ ਅਰਵਿੰਦ ਦੇ ਅਨੁਸਾਰ ਜੀਵਨ ਦੇ ਮੁੱਖ 4 ਆਧਾਰ ਹਨ: ਆਤਮਿਕ ਤੱਤ, ਮਾਨਸਿਕ ਤੱਤ, ਜੀਵਨ ਤੱਤ ਅਤੇ ਪਦਾਰਥ। ਸ਼੍ਰੀ ਅਰਵਿੰਦ ਦੇ ਅਨੁਸਾਰ ਵਿਕਾਸ ਦੀ ਉੱਚਤਮ ਅਵਸਥਾ ਵਿੱਚ ਆਤਮਿਕ ਤੱਤ ਦੀ ਪ੍ਰਧਾਨਤਾ ਹੋਵੇਗੀ, ਹੋਰ ਸਾਰੇ ਤੱਤਾਂ ਨਾਲ ਪੂਰੀ ਤਰ੍ਹਾਂ ਤਾਲਮੇਲ ਹੋਵੇਗਾ। ਉਸ ਦੇ ਅਨੁਸਾਰ ਸਮਾਜ ਹਮੇਸ਼ਾ ਇਹਨਾਂ 4 ਤੱਤਾਂ ਵਿੱਚੋਂ ਇੱਕ ਪਹੀਏ ਦੀ ਤਰ੍ਹਾਂ ਘੁੰਮਦਾ ਹੈ। ਇਹਨਾਂ ਵਿਚਾਰਕਾਂ ਨੇ ਇਹ ਸਪਸ਼ਟ ਕੀਤਾ ਹੈ
कि समाज की विकास रेखा दिशा विचों नहीं हुंदा। इन्होंने स्पष्ट किया है कि समाज का विकास रेखा दिशा विच नहीं हुंदा, भाव इक्को सीधी डायरैक्शन दे विच नहीं जाता। इस तरह असी इस सिੱਟੇ ते पुछते हाँ कि द्वंदात्मकवाद के अनुसार हरेक घटना का विकास हुंदा है, परंतु नाल ही उसदियां विरोधी शक्तियां दे पैदा होण नाल उसका विनाश होना शुरू हो जाता है। मार्क्स ने इस उदाहरण राहीं इस विकास अते विनाश की प्रक्रिया नाल स्पष्ट किया है। बीजा होया अनाज का दाना सड़ जाता है, पहला निखेध, उस तो अंकुर निकलता है, भाव बीज पुगर जाता है अते वध के पौधा बनता है। फसल पक जाण ते पौधा सुक जाता है, पहले नखेद का नखेद, अते फलसरूप पक्की बाली भाव सिੱਟੇ तो कई दाने मिलते हैं। पक्की हुई बल्ली तो बहुत सारे सानू दाने मिल जाते हैं। जेकर असी इस सृष्टि नूं देखते हाँ तां धुप, ठंड, हवा नाल निरंतर चट्टानां टुटदियां रहिंदियां हन। बारिश के पानी नाल वह के एक टुकड़े समुद्र विच ढल जाते हैं। बहुत चिर बाद समुद्र विच पर्वत पैदा हो जाता है। विकास अंदरूनी विरोध राहीं इस करके संचालित हुंदा है क्योंकि गतिशीलता खुद विरोधमयी है। मार्क्स दीयां विचारधारावां दी निरस्थे बड़ी आलोचना की गई है, परंतु इस गल तो इनकार नहीं किया जा सकता कि मार्क्स दीयां विचारधारावां ने आधुनिक राजनीतिक, आर्थिक अते समाजिक खेतर नूं बहुत ज़्यादा प्रभावित किया। उन्हां दा सामवाद अनेकां राष्ट्रां दीयां राजनीतिक व्यवस्थावां दा मूल आधार बन गया है। उन्होंने ना सिर्फ विश्व नूं क्रांतिकारी विचार दिते, बल्कि इन्हां विचारां तर्कसंगत विग्यानिक ढंग नाल कीता। उन्हां दे आलोचक भी इस गल दा सहमत हैं कि मार्क्स ने समाज विच मौजूदा विरोधी स्थितियां, श्रेणी संघर्ष अते समाजिक परिवर्तन का वर्णन किया है, अति व्यापक रूप विच किया है अते उन्हां दे कारणां दा विश्लेषण इतिहासिक वास्तविकतावां ते किया है। इस तरह मार्क्स ने अपनी पुस्तक दास कैपिटल विच द्वंदात्मकवाद सिद्धांत की महत्ता नूं इन्हां शब्दां विच स्पष्ट किया है। द्वंदात्मक विज्ञान भौतिकवाद के रूप विच पूंजीपतियां अते उन्हां दे समर्थकां दे लई एक चेतावनी का काम करता है, क्योंकि द्वंदात्मक ये स्पष्ट करता है कि पूंजीपति व्यवस्था की होंद भी चिरस्थाई नहीं है, भाव यह भी हमेशा नहीं रहेगी। कुदरती नियमां अनुसार इस व्यवस्था का बदलना भी निश्चित है। इस तरह मार्क्स ये समझाने की कोशिश करता है कि जेकर अज पूंजीपति व्यवस्था है तो कल नूं वो नहीं रहेगी। जिवें उसने कणक की उदाहरण दे के दसिया कि बीज बीजिया जाता, बीज खत्म हो जाता, उसकी थां ते एक बीज पुगर जाता है, फिर बीज पुगरन तो बाद दे विच वो अगे वधदा, उहदा विकास हुंदा है, पौधा बनता है, फिर वो पौधा आप खत्म होंदा है तो उहदे विच होर नवें बीज सानूं उहदी बल्ली के रूप विच मिलदे ने। उसी तरह पूंजीपति व्यवस्था भी चिरस्थाई नहीं हैगी, टाइम आउंदे यह भी खत्म हो जाएगी, इसकी थां नवीं व्यवस्था लै लवेगी। हाँ जी, इस तरह द्वंदात्मक सिद्धांत कार्ल मार्क्स का जिहड़ा है इसकी बहुत सारी आलोचना भी की गई है, परंतु कुछ इहो जिहे विचारक भी हैं जो इस सिद्धांत के नाल सहमत हैं। ये क्वेश्चन जिहड़ा हैगा शॉर्ट नोट से आ जाता है, शॉर्ट क्वेश्चन आ जाता है। द्वंदात्मक सिद्धांत की आलोचना, जेकर लैक्चर समझ आ रहे ने, तुहाडी हैल्प हो रही है तो लैक्चर अपने क्लासमेट्स ते फ्रेंड्स के नाल भी शेयर करिया करो ताकि उन्हां दी भी हैल्प हो जाए, क्योंकि एग्जाम शुरू होने वाले ने। MST तो आई थिंक चल ही रहे ने। जेकर लैक्चर समझ आ रहे ने तो चैनल नूं भी सबसक्राइब कर लो। थैंक यू।